अस्सलाम वालेकुम जी दोस्तों, क्या हाल है? ठीक हो? सर जी तरबूज ਦੇ ਲਗਾਉਣ ਦੇ ਵਾਸਤੇ ਨੇ ਜ਼ਮੀਨ ਦੀ ਤਿਆਰੀ ਕੀਤੀ ਤੇ ਫਿਰ ਉਹਦਾ ਇਹ ਸਭ ਤੋਂ ਪਹਿਲੇ ਇਸ ਤਰੀਕੇ ਕੀਤਾ ਹੈ ਕਿ ਇਹਦੀ ਪਮੈਸ਼ ਕਰ ਲੈਣੀ ਚਾਹੀਦੀ ਹੈ ਦੋਨੋਂ ਸਾਈਡਾਂ ਤੋਂ। ਏਕੜ ਦੀ ਦੋਨੋਂ ਸਾਈਡਾਂ ਤੋਂ ਪਮੈਸ਼ ਕਰਤੇ ਔਰ ਉੱਥੇ ਨਿਸ਼ਾਨ ਲਾਉਂਦੇ ਜਾਓ ਤਾਂ ਕਿ ਇਸ ਸਾਈਡ ਤੋਂ ਦੂਸਰੀ ਸਾਈਡ ਖੇਲੀ ਕੱਢਣ ਵਾਸਤੇ ਆਸਾਨੀ ਹੋ ਸਕੇ। ਹੁਣ ਸਭ ਤੋਂ ਪਹਿਲੇ ਇਹਦੀ ਪਮੈਸ਼ ਕੀਤੀ ਜਾਂਦੀ ਵੀ ਇੱਕ ਸਾਈਡ ਤੋਂ। ਇਹ ਬੈੱਡ ਬਣ ਜਾ ਸੀ 8 ਫੁੱਟ ਤੋਂ 8.5 ਫੁੱਟ ਤੋਂ 9 ਫੁੱਟ ਦੇ ਦਰਮਿਆਨ। ਅਗਰ ਇਸ ਤਰੀਕੇ ਪਮੈਸ਼ ਕੀਤੀ ਜਾਵੇ ਸੀ ਤੇ ਬੈੱਡ ਠੀਕ ਬਣਦੇ ਨੇ, ਸਿੱਧੀ ਲਾਈਨ ਬਣ ਜਾਂਦੀ ਹੈ ਸੀ। ਲਿਹਾਜ਼ਾ ਤੁਹਾਨੂੰ ਦਿਖਾ ਰਹੇ ਹਾਂ, ਵੇਖੋ ਫੀਤੇ ਨਾਲ ਇਹਦੀ ਪਮੈਸ਼ ਕਰ ਲਈ ਇਸ ਰੁੱਖ ਤੋਂ, ਫਿਰ ਦੂਜੇ ਰੁੱਖ ਤੋਂ ਕਰਾਂਗੇ। ਇਹਦੀ ਪਮੈਸ਼ ਆਸਾਨੀ ਹੋ ਜਾਸੀ ਔਰ ਅੰਦਾਜ਼ਾ ਵੀ ਹੋ ਜਾਸੀ ਕਿ ਸਾਡੀਆਂ ਖੇਲਾਂ ਦੇ ਅੱਗਾ ਪਿੱਛਾ ਨਹੀਂ ਹੋ ਸਕਣਾ। ਆਖਿਰ ਤੇ ਜ਼ਮੀਨ ਕਿਤਨੀ ਬਚ ਸਕਦੀ ਹੈ ਸੀ, ਆਖਰੀ ਖੇੜੀ ਕਿਤਨੀ ਹੁੰਦੀ, ਉਹ ਆਸਾਨੀ ਹੋ ਜਾਂਦੀ ਹੈ। ਪਹਿਲੇ ਨੰਬਰ ਤੇ ਇਹਦੀ ਪਮੈਸ਼ ਕਰਨੀ ਹੈ ਜ਼ਮੀਨ ਦੇ ਏਕੜ ਦੇ ਦੋਨੋਂ ਸਾਈਡਾਂ ਦੀ। ਇਸ ਤੋਂ ਅੱਗੇ ਜਿਹੜਾ ਸੀ ਫਿਰ ਟਰੈਕਟਰ ਦੇ ਜ਼ਰੀਏ ਨਾਲ ਖੇਡ ਵੀ ਕੱਢੋ ਜੀ। ਨਾ ਹੋਵੇ ਤੇ ਉਹਦਾ ਆਦੇ ਕੋਲ ਕੁਝ ਉਹਦਾ ਜੋੜ ਤੋੜ ਲਾ ਲਓ। ਇੱਕ ਹੱਲ ਕਰਨਾ ਇਹ ਤਰਬੂਜ਼ ਵਾਸਤੇ, ਬਾਕੀ ਕੋਈ ਖੇਲਾਂ ਕੱਢਣੀਆਂ ਸੀ ਤਾਂ ਉਹਦੇ ਵਾਸਤੇ ਜਿਤਨਾ ਬੈੱਡ ਚਾਹੀਦਾ ਹੋਵੇ, ਰਿਕੁਆਇਰਮੈਂਟ ਹੋਵੇ। ਤਰਬੂਜ਼ ਵਾਸਤੇ ਕਮ ਅਜ਼ ਕਮ ਬੈੱਡ ਤੁਹਾਡੇ ਕੋਲ 8 ਤੋਂ 9 ਫੁੱਟ ਦਾ ਹੋਣਾ ਚਾਹੀਦਾ। ਇਹ ਸਾਡੀ 6 ਫੁੱਟ ਦੇ ਮਗਰ ਐਂਗਲ ਲਾਈਏ ਤਾਂ ਕਿ ਉੱਤੋਂ ਜਿਹੜੀ ਮਿੱਟੀ ਉਹਦੀ ਪਟੜੀ ਜੀ ਉਹ ਸਾਫ਼ ਹੁੰਦੀ ਜਾਵੇ, ਖੇੜੀ ਸਾਫ਼ ਨਿਕਲੇ ਸੀ। ਸਾਹਮਣੇ ਵੇਖ ਲਓ ਦੂਸਰੀ ਸਾਈਡ ਤੋਂ, ਇਸ ਏਕੜ ਦੀ ਦੂਸਰੀ ਸਾਈਡ ਤੋਂ ਪਮੈਸ਼ ਕਰ ਰਹੇ ਨੇ ਉਹ ਲੋਕ ਫੀਤੇ ਦੇ ਜ਼ਰੀਏ ਨਾਲ, ਉਹ ਨਿਸ਼ਾਨ ਲਾ ਰਹੇ ਉੱਥੇ ਤਾਂ ਕਿ ਇਸ ਜਿਹੜੀ ਖੇਲ ਨਿਕਲ ਰਹੀ ਅਗਲੀ ਖੇਲ ਤੋਂ ਹੁੰਦਾ ਦੋਵਾਂ ਸਾਈਡਾਂ 'ਤੇ ਇੱਕ ਇੱਕ ਆਦਮੀ ਖੜਾ ਹੋ ਜਾਵੇ ਤੇ ਆਸਾਨੀ ਹੋ ਜਾਏ ਸੀ ਖੇਲ ਕੱਢਣ ਲੱਗਿਆ। ਔਰ ਬੈੱਡ ਵੀ ਠੀਕ ਪੂਰੇ ਮਿਲ ਸਨ ਉਹਨਾਂ ਨੂੰ, ਬੈੱਡ ਦਾ ਵਕਫਾ ਹੀ ਪੂਰਾ ਲੱਗ ਸੀ। ਜੀ ਸਰ, ਇਹ ਰੋੜਾ ਰੱਖਾ ਹੋਇਆ ਸੀ, ਇਸ ਰੋੜੇ 'ਤੇ ਰੱਖ ਤੇ ਸਿੱਧਾ ਸਾਹਮਣੇ ਇੱਕ ਆਦਮੀ ਖੜਾ ਹੈ, ਇਹ ਬਿਲਕੁਲ ਸਿੱਧਾ ਹੋ ਜਾਸੀ, ਆਸਾਨੀ ਹੋ ਜਾਸੀ ਅਗਰ ਨਜ਼ਰ ਨਾ ਆਵੇ। ਅਗਰ ਵੈਸੇ ਕੋਈ ਚੀਜ਼ ਨਿਸ਼ਾਨੀ ਲਾ ਦਿਓ ਤਾਂ ਕਿ ਡਰਾਈਵਰ ਨੂੰ ਨਜ਼ਰ ਆਉਂਦਾ ਰਹੇ ਸੀ, ਕੋਈ ਚੀਜ਼ ਉਹ ਸਿੱਧੀ ਕੱਢ ਲਵੇ ਸੀ ਖੇਲ। ਫਿਰ ਦੋਨੋਂ ਸਾਈਡਾਂ 'ਤੇ ਖੇਲ ਦਾ ਨੁਕਸ ਨਹੀਂ, ਬਰਾਬਰ ਖੇਲ ਨਿਕਲ ਸਕਦੀ ਹੈ। ਇਹ ਖੇਲ ਕੱਢਣ ਦਾ ਤਰੀਕਾ ਹੈ। ਇਸ ਤੋਂ ਅੱਗੇ ਜਿਹੜਾ ਤਰੀਕਾ ਹੈ ਛਾਪਰ ਲਾਵਣ ਅਤੇ ਚੜਾਉਣ ਦਾ, ਉਹ ਕਿਸ ਤਰੀਕੇ ਨਾਲ ਛਾਪਰ ਚੜਾਉਣਾ ਹੈ ਉਹ ਵੀ ਤੁਹਾਨੂੰ ਅੱਗੇ ਦੱਸਣੇ ਹੈ, ਇਸ ਤੋਂ ਅੱਗੇ ਆ ਜਾਸੀ। ਲੇਕਿਨ ਪਹਿਲੇ ਨੰਬਰ 'ਤੇ ਇਹ ਖੇਲ ਚੈੱਕ ਕਰ ਲਓ, ਇਹ ਆਸਾਨੀ ਹੋ ਜਾਂਦੀ ਹੈ ਇਸ ਤਰੀਕੇ ਖੇਲ ਕੱਢਣ ਨਾਲ। ਇਸ ਤੋਂ ਬਾਅਦ ਅਗਲਾ ਮਰਹਲਾ ਹੁੰਦਾ ਹੈ ਜੀ ਕਾਲਾ ਛਾਪਰ ਚਾੜਨ ਦਾ। ਕਾਲਾ ਛਾਪਰ ਚਾੜ ਦਿਓ, ਫਿਰ ਉਹਦੇ ਤਾਰ ਲਾ ਦਿਓ, ਡੋਰੀ ਲਾ ਦਿਓ। ਡੋਰੀ ਤੋਂ ਬਾਅਦ ਅਗਲਾ ਹੈ ਮਰਹਲਾ ਸਫੈਦ ਛਾਪਰ ਦਾ ਜੀ। ਪਹਿਲੇ ਬੀ ਲਾ ਤੇ ਹਾਂਜੀ, ਇਹ ਸਫੈਦ ਛਾਪਰ ਹੈ। ਇਹ ਛਾਪਰ ਜੀ ਕਮ ਡੇਢ ਕਿਲੋ ਛਾਪਰ ਆ ਰਹੀ ਹੈ ਇੱਕ ਖੇੜੀ 'ਤੇ। 8 ਫੁੱਟ ਛਾਪਰ ਹੈ, 0.3 mm ਹੈ। ਇਹ ਹੁੰਦੇ 0.4 ਹੁੰਦਾ, 0.5 ਹੁੰਦਾ, 6 ਹੁੰਦਾ, 7 ਹੁੰਦਾ, 8 ਹੁੰਦਾ। ਇਹ ਗੇਜ ਦਾ ਕੋਈ ਹਿਸਾਬ ਹੁੰਦਾ, ਇਹਦੇ ਵਜ਼ਨ ਇਹਦੇ ਹੁੰਦਾ ਸੀ। ਇਹ ਲਾਇਆ 0.3 mm। ਇਹ ਥੋੜ੍ਹਾ ਲੱਗਦਾ, ਇਹਦੀ ਕਾਸ਼ਤ ਥੋੜ੍ਹੀ ਆਉਂਦੀ ਸੀ। ਜੀ ਸਰ, ਛਾਪਰ ਉਸ ਸਾਈਡ 'ਤੇ ਦੋਨੋਂ ਸਾਈਡਾਂ 'ਤੇ ਲੱਕੜ ਦੇ ਕਿੱਲੇ ਲੱਗੇ ਹੁੰਦੇ ਨੇ, ਲਾ ਦਿਓ। ਔਰ ਛਾਪਰ ਨੂੰ 2 ਆਦਮੀ ਉਹਦੇ ਉੱਤੇ ਚੜ੍ਹਾ ਤੇ ਇਸ ਸਾਈਡ ਤੋਂ ਇੱਕ ਸਾਈਡ ਤੋਂ ਇਕੱਠਾ ਕਰਤੇ ਛਾਪਰ ਨੂੰ ਉਹਦੀ ਖਿਚਾਈ ਦੇਣੀ ਹੈ ਤਾਂ ਕਿ ਉਹ ਕਿਸੇ ਜਗ੍ਹਾ ਤੋਂ ਫਟੇ ਵੀ ਨਾ, ਸੀ ਖਿਚਾਈ ਵੀ ਉਹਦੀ ਪੂਰੀ ਆ ਜਾਵੇ। ਲੇਕਿਨ ਲੇਬਰ 'ਤੇ ਕੰਮ ਹੁੰਦਾ ਸੀ, ਲੇਬਰ ਥੋੜ੍ਹੀ ਵਾਹਵਾ ਰੱਖ ਲਿਓ, 5 6 7 ਬੰਦੇ ਹੋਣ, ਈਜ਼ੀ ਹੋ ਜਾਂਦਾ ਇਸ ਨੂੰ ਕੰਮ ਕਰਨ ਵਾਸਤੇ। ਇਹ ਛਾਪਰ ਹੁਣ ਇਕੱਠਾ ਕਰ ਲਿਆ ਇੱਥੇ ਸਾਰੇ ਨੂੰ, ਵੇਖੋ ਆਦਮੀ ਇਕੱਠਾ ਕਰ ਰਹੀ ਹੈ, ਇਕੱਠਾ ਕਰਕੇ ਇਹਦੀ ਖਿਚਾਈ ਕਰਸੀ। ਔਰ ਇਹਦੇ ਤਾਰ ਜਿਹੜੀ ਲੱਗੀ ਜੀ ਇਹ ਹੈ 15 ਫੁੱਟ ਤੇ ਲਾਈ, 15 16 ਫੁੱਟ ਤੇ 15 16 ਫੁੱਟ ਦੇ ਫਾਸਲੇ 'ਤੇ ਤਾਰ ਲੱਗੀ, ਜਿਸ ਦੀ ਤਾਰ ਹੈ। ਔਰ ਸੁਰਾਖ 1.5 ਫੁੱਟ ਤੇ ਬੀਜ ਤੋਂ ਬੀਜ ਦਾ ਫਾਸਲਾ 1.5 ਫੁੱਟ ਹੈ ਜੀ। ਔਰ ਖੁਸ਼ਕ ਜਿਸ ਹਿਸਾਬ ਅੱਗੇ ਸਾਹਮਣੇ ਨਜ਼ਰ ਆ ਰਹੀ ਹੈ, ਇਹਦੇ ਵਿੱਚ ਬੀਜ ਲੱਗ ਚੁੱਕਾ ਜੀ ਇਸ ਟਾਈਮ। ਖੁਸ਼ਕ ਜ਼ਮੀਨ ਦੇ ਵਿੱਚ ਬੀਜ ਲਾ ਦਿਓ, ਉਸ ਤੋਂ ਬਾਅਦ ਛਾਪਰ ਦੇ ਦਿਓ ਇਹਦੇ 'ਤੇ, ਫਿਰ ਪਾਣੀ ਲਾਓ।
ਉਹ ਈਜ਼ੀ ਹੋ ਜਾਂਦਾ। ਫਿਰ ਪਾਣੀ ਲੱਗਾ ਹੋਵੇ ਸੀ ਅਤੇ ਛਾਪਰ ਦੇਈਏ ਤਾਂ ਉਹ ਥੋੜ੍ਹੀ ਮੁਸ਼ਕਿਲ ਬਣ ਜਾਂਦੀ ਸੀ। ਸਾਈਡ ਵਾਲੇ ਖੇਲਾਂ ਦੇ ਵਿੱਚ ਨਾ ਪਾਣੀ ਪਹਿਲੇ ਆ ਜਾਂਦਾ ਸੀ, ਮੁੜ ਛਾਪਰ ਦੀ ਖਿਚਾਈ ਕਰਨੀ, ਮਿੱਟੀ ਚਾਵਣੀ, ਉਹ ਥੋੜ੍ਹਾ ਜਿਹਾ ਮੁਸ਼ਕਿਲ ਕੰਮ ਹੋ ਜਾਂਦਾ ਹੈ। ਜੀ ਸਰ, ਇਹਦੇ ਵੇਖੋ ਇਹਨੂੰ ਥੱਲੋਂ ਹੱਥ ਨਾਲ ਨਾ ਜ਼ਰੀਏ ਨੇ ਵੱਟ ਕੱਢ ਤੇ ਦੋਨੋਂ ਸਾਈਡਾਂ ਦੇ ਜਿਹੜੇ ਆ ਜਾਣ ਸੀ, ਤੇ ਉਹਨੂੰ ਇੱਥੇ ਰੱਖ ਤੇ ਹਰ ਤਾਰ 15 ਫੁੱਟ 'ਤੇ ਲੱਗੀ, ਔਰ ਤਾਰ ਜਿੱਥੇ ਜਿੱਥੇ ਤਾਰ ਲੱਗੀ ਹੈ ਨਾ ਉਸ ਜਗ੍ਹਾ 'ਤੇ ਮਿੱਟੀ ਦੇ ਕਈ ਦਿਨਾਂ ਮਿੱਟੀ ਦੇ ਟੱਪੇ ਰੱਖਦੇ ਜਾਣੇ ਸੀ। ਉਮੀਦ ਹੈ ਕਿ ਜਿਹੜਾ ਕੁਝ ਤੁਹਾਨੂੰ ਅਸੀਂ ਹੁਣ ਦੱਸ ਰਹੇ ਹਾਂ ਸੀ, ਮੈਂ ਵਿਖਾ ਰਹੀਆਂ ਸੀ, ਇਹ ਅੱਗੇ ਕੰਮ ਕਰਨਾ ਆਸਾਨ ਹੋ ਜਾ ਸੀ। ਇਨਸ਼ਾਅੱਲਾ ਤੁਹਾਨੂੰ ਕਿਸੇ ਕੋਲ ਪੁੱਛਣ ਦੀ ਜ਼ਰੂਰਤ ਨਹੀਂ ਰਹਿਣੀ ਸੀ। ਕਿਉਂਕਿ ਇਹ ਸਾਹਮਣੇ ਅੱਗੇ ਆ ਗਏ ਜੀ 15 ਫੁੱਟ 'ਤੇ ਤਾਰ ਹੈ ਸੀ। ਇਹ ਦੋ ਆਦਮੀ ਇਹਨਾਂ ਕੋਲ ਦੋ ਕਈਆਂ ਇੱਧੂ ਬਿੱਧੂ ਇਹਨਾਂ ਦੋਨੋਂ ਸਾਈਡਾਂ 'ਤੇ ਖਿਚਾਈ ਕਰਤੇ ਅਤੇ ਵੱਟ ਨਿਕਲ ਇਹਨਾਂ ਨੂੰ ਮਿੱਟੀ ਸੱਟ ਦੇਣੀ ਸੀ। ਮਿੱਟੀ ਪਾ ਦੇ ਜੈਸੇ ਈਜ਼ੀਲੀ ਇਹਦੇ ਜ਼ਿਆਦਾ ਇਹਨੂੰ ਛਾਪਰ ਨੂੰ ਪੂਰਨ ਦੀ ਜ਼ਰੂਰਤ ਕੋਈ ਨਹੀਂ ਹੁੰਦੀ ਏਡੀ, ਕਿਉਂਕਿ ਲੋਅ ਟਨਲ ਹੁੰਦੀ ਹੈ। ਲੋਅ ਟਨਲ 'ਤੇ ਹਵਾ ਦਾ ਦਬਾਅ ਬਹੁਤ ਕਮ ਹੁੰਦਾ ਹੈ। ਇਸ ਵਜ੍ਹਾ ਨਾਲ ਇਹਨਾਂ ਦੀ ਐਸ ਜਗ੍ਹਾ 'ਤੇ ਮਿੱਟੀ ਪਾਈ ਜਾਵੇ, ਮਿੱਟੀ ਉੱਥੇ ਪਾਈ ਜਾਵੇ ਜਿੱਥੇ ਜਿੱਥੇ ਤਾਰ ਹੈ ਨਾ, ਫਿਰ ਜ਼ਿਆਦਾ ਮਜ਼ਬੂਤੀ ਹੁੰਦੀ ਹੈ ਸੀ। ਦਰਮਿਆਨ ਵਿੱਚ ਮਿੱਟੀ ਰੱਖ ਸਕਦੇ ਨੇ ਅਸੀਂ, ਲੇਕਿਨ ਐਡੀ ਜ਼ਰੂਰਤ ਨਹੀਂ ਹੈ। ਜਿੱਥੇ ਜਿੱਥੇ ਤਾਰ ਰੱਖੀ ਹੋਈ ਸੀ 15-15 ਫੁੱਟ 'ਤੇ ਉੱਥੇ ਥੋੜ੍ਹੀ ਜਿਹੀ ਮਿੱਟੀ ਤੁਸੀਂ ਪਾ ਦਿਓ, ਉੱਥੋਂ ਛਾਪਰ ਜਿਹੜਾ ਸੀ ਉਹ ਲਚਕ ਵੀ ਨਹੀਂ ਲਵੇਗਾ, ਅਤੇ ਵੈਸੇ ਵੀ ਇਹਦੀ ਖਿਚਾਓ ਵੀ ਪੂਰਾ ਰਸ ਇਸ 'ਤੇ। ਇਹ ਤਰੀਕਾ ਹੈ ਜੀ ਇਹਦੇ 'ਤੇ ਛਾਪਰ ਪਾਉਣ ਦਾ। ਕੁਛ ਦੋਸਤ ਕਹਿੰਦੇ ਨੇ ਵੀ ਛਾਪਰ ਨਹੀਂ ਪਾਇਆ ਜਾਂਦਾ, ਕਿਸ ਹਿਸਾਬ ਨਾਲ ਪਾਈਏ, ਤਾਂ ਮੈਂ ਆਖਿਆ ਚਲੋ ਅੱਜ ਇਨਸ਼ਾਅੱਲਾ ਤੁਹਾਨੂੰ ਇਹ ਵਿਖਾ ਦਈਏ ਕਿ ਛਾਪਰ ਨੂੰ ਇਸ ਹਿਸਾਬ ਨਾਲ ਪਾਇਆ ਜਾਂਦਾ ਸੀ ਇਸ 'ਤੇ। ਅੱਛਾ, ਇਸ ਤੋਂ ਇਲਾਵਾ ਬੀਜ ਦੇ ਮਾਮਲੇ 'ਤੇ ਪੁੱਛ ਰਿਹਾ ਹੈ ਕੁਛ ਦੋਸਤ, 50 ਗ੍ਰਾਮ ਦੀ ਪੈਕਿੰਗ ਹੈ ਅਗਸਟਾ, ਇਹ ਹੈ ਜੀ ਸੰਜੈਂਟਾ ਦਾ 50 ਗ੍ਰਾਮ ਦੀ ਪੈਕਿੰਗ ਹੈ। 6 ਪੈਕਟ, 5 ਤੋਂ 6 ਪੈਕਟ, 6.5 ਪੈਕਟ, ਅੱਗੇ ਤੁਹਾਡੀ ਖੇਲਾਂ ਦਾ ਹਿਸਾਬ ਹੈ ਸੀ ਕਿਤਨਾ ਲਾਉਣਾ ਸੀ। ਇਹ ਹੈ ਜੀ ਅਗਸਟਾ 50 ਗ੍ਰਾਮ ਦੀ ਪੈਕਿੰਗ ਹੈ। 6 ਲੱਗ ਜਾਂਦੇ ਸੀ ਪੈਕਟ, 6.5 ਵੀ ਲੱਗ ਸਕਦੇ ਹਨ, 5.25 ਵੀ ਲੱਗ ਸਕਦੇ ਹਨ ਜੀ ਸਰ। ਇਹ ਹੈ ਜੀ। ਅੱਛਾ, ਇਸ ਤੋਂ ਬਾਅਦ ਬੀ ਲਾ, ਅਤੇ ਬੀ ਲਾਉਣ ਤੋਂ ਬਾਅਦ ਇਹਦੇ ਉੱਤੇ ਇਹਨੂੰ ਪਾਣੀ ਲਾ ਦਿੱਤਾ। ਪਾਣੀ ਇਹਨੂੰ ਦੇ ਦੇਣਾ, ਇਹ ਵੱਤਰ ਚਲਾ ਜਾਂਦਾ ਹੈ, ਫਿਰ ਇਹਨੂੰ ਦੇਣਾ ਵੱਤਰ ਹੁੰਦਾ ਸੀ। ਅੱਧੀ ਅੱਧੀ ਖੇੜੀ ਪਾਣੀ ਦੀ ਕੀਤੀ ਜਾਵੇ ਨਾ, ਵੇਖ ਸਾਹਮਣੇ ਤੁਹਾਡੇ ਵੱਤਰ ਗਿਆ। ਇਨਸ਼ਾਅੱਲਾ ਇਹ ਐਸਤਾ ਫੁੱਲ ਵੱਤਰ ਹੋਏ। ਇਹ ਸਾਹਮਣੇ ਹੁਣ ਨਜ਼ਰ ਆ ਰਹੀ ਹੈ, ਉਸ ਉਮੀਦ ਹੈ ਛਾਪਰ ਦੇ ਥੱਲੇ ਉਹ ਸੁਰਾਖ ਦੇ ਵਿੱਚ ਵੱਤਰ ਪਹੁੰਚ ਚੁੱਕਾ ਹੈ ਜੀ। ਇਹ ਵੇਖੋ ਸਾਹਮਣੇ ਸੁਰਾਖ ਵਿੱਚ ਵੱਤਰ ਆ ਗਿਆ। ਬਾਕੀ ਥੱਲੇ ਜੋ ਚੀਜ਼ ਤੁਸੀਂ ਸਾਹਮਣੇ ਵੇਖੋ ਜੀ, ਵਾਟਰ ਸੁਰਾਖਾਂ ਦੇ ਵਿੱਚ ਪਹੁੰਚ ਚੁੱਕਾ ਹੈ। ਬਾਕੀ ਆਪਣੀ ਮਰਜ਼ੀ ਹੈ, ਜੋ ਤੁਸੀਂ ਖਾਦ ਥੱਲੇ ਪਾਉਣੀ ਹੈ ਸੀ, ਜੋ ਚੀਜ਼ਾਂ ਫੰਜੀਸਾਈਡ ਪਾਉਣਾ ਹੈ, ਸਲਫਰ ਪਾ ਦੇਣਾ ਸੀ। ਲੇਕਿਨ ਇਹਦੇ ਵਿੱਚ ਇੱਕ ਥੈਲਾ DAP, 2 ਕਿਲੋ ਸਲਫਰ ਬੈਕਟੀਰੀਅਲ, और 1 लीटर क्लोरी, ये सारी थले फड़ी। वस्सलाम, इंशाल्लाह अगली वीडियो में इंशाल्लाह मिलेंगे। जर्मिनेशन